देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सियासत नूं समझना कोई इन्ना आसान नहीं हुंदा जिन्ना अक्सर असीं दावे कर दिंदे कि सानूं बड़ा पता है। बहुत सारियां खबरां ऐसियां हुंदियां जिन्हां दे पिछे 10-20 होर खबरां हुंदियां। असीं सतही रूप च उन्हां खबरां दे उत्तों दी निकल के अपने आप नूं विद्वान समझण लग जांदे आ। इतिहास अपने आप नूं दोहराउंदा ਇਹ ਬਜ਼ੁਰਗਾਂ ਦੇ ਕਥਨ ਸੀਗੇ, ਲੇਕਿਨ ਇਹ ਕਥਨ ਅਕਸਰ ਸੱਚ ਹੁੰਦੇ ਆ ਜਦੋਂ ਅਸੀਂ ਉਹਨਾਂ ਪੈਂਡਿਆਂ ਦੀ ਪੈੜ ਚਾਲ ਨੂੰ ਭਾਂਪਦੇ ਆ। ਸੋ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਇਸ ਵੇਲੇ ਇੱਕ ਸਤਹੀ ਪੱਧਰ ਦੀ ਸਿਆਸਤ ਹੋ ਰਹੀ ਹੈ, ਤੂੰ ਕੌਣ ਤੇ ਮੈਂ ਕੌਣ ਦੀ, ਇੱਕ ਸਿਆਸਤ ਉਹ ਵੀ ਹੋ ਰਹੀ ਹੈ ਜਿਹਨੇ ਦੇਸ਼ ਦੇ ਪੂਰੇ ਰਾਜਨੀਤਿਕ ਦ੍ਰਿਸ਼ ਨੂੰ ਪ੍ਰਭਾਸ਼ਿਤ ਕੀਤਾ, ਪ੍ਰਭਾਵਿਤ ਕੀਤਾ ਹੈ। ਰਾਮ ਮੰਦਿਰ ਦੀ ਅਯੋਧਿਆ ਚ ਉਸਾਰੀ ਦਾ ਮਸਲਾ ਸਿੱਖਾਂ ਨੇ ਬੜਾ ਰਿਐਕਟ ਕੀਤਾ। ਸਵਾਲ ਬਹੁਤ ਵੱਡਾ ਸੀਗਾ ਕਿ ਕੀ ਕੋਈ ਮੁਸਲਮਾਨ ਸੰਸਥਾਵਾਂ ਇਸ ਮਾਮਲੇ 'ਚ ਬੋਲੀਆਂ? ਕੋਈ ਨਹੀਂ ਬੋਲਿਆ। ਸਰਕਾਰ ਕਈ ਜਗ੍ਹਾ ਤੇ ਮੁਸਲਮਾਨ ਵੱਡੇ ਅਹੁਦਿਆਂ ਤੇ ਨੇ ਸਰਕਾਰਾਂ ਦੇ ਵਿੱਚ, ਕੋਈ ਨਹੀਂ ਬੋਲਿਆ। ਕਿਸੇ ਪਾਸਿਓਂ ਕੋਈ ਰਿਐਕਸ਼ਨ ਨਹੀਂ ਆਇਆ। ਅਸੀਂ ਖਾਸ ਤੌਰ ਤੇ ਸਿੱਖ ਆਪ ਮੁਹਾਰੇ ਇਹਨਾਂ ਮਸਲਿਆਂ 'ਚ ਕੁੱਦ ਪੈਂਦੇ ਆ। ਪਤਾ ਨਹੀਂ ਅਸੀਂ ਇਹਨਾਂ 'ਚੋਂ ਕੀ ਕੱਢਣਾ ਹੁੰਦਾ, ਕੀ ਨਹੀਂ ਕੱਢਣਾ ਹੁੰਦਾ, ਲੇਕਿਨ ਸਮਝਣ ਵਾਲੀ ਗੱਲ ਆ ਕਿ ਇਤਿਹਾਸ ਆਪਣੇ ਆਪ ਦੇ ਵਿੱਚ ਮੁੜ-ਮੁੜ ਪੇਸ਼ ਹੁੰਦਾ ਇਹਨਾਂ ਕਚਹਿਰੀਆਂ ਦੇ ਵਿੱਚ। ਅਸੀਂ ਉਹਦੇ ਵਿੱਚ ਕਿੰਨੇ ਕੁ ਚੰਗੇ ਐਡਵੋਕੇਟ ਸਾਬਤ ਹੁੰਦੇ ਆ, ਕਿੰਨੀ ਕੁ ਚੰਗੀ ਸਾਡੀ ਜੱਜਮੈਂਟ ਆ, ਇਹਦਾ ਵੀ ਫੈਸਲਾ ਮੁੜ ਕੇ 50 ਸਾਲ ਬਾਅਦ ਜਾ ਕੇ ਹੁੰਦਾ। ਅਸੀਂ 84 ਦੇ ਜ਼ਖਮ ਨਹੀਂ ਭੁੱਲੇ। ਬੜੇ ਸਾਰੇ ਇਸ ਤਰ੍ਹਾਂ ਦੇ ਮਰਹਲਿਆਂ ਚੋਂ ਗੁਜ਼ਰਨ ਤੋਂ ਬਾਅਦ ਸਿੱਖ ਕੌਮ ਡਾਵਾਂਡੋਲ ਹੈ, ਤਕਲੀਫਾਂ ਨਾਲ ਦੋ ਚਾਰ ਹੈ। ਅਸੀਂ ਕਹਿੰਦੇ ਸਾਡਾ ਵਿਦੇਸ਼ਾਂ 'ਚ ਬੜਾ ਵਿਸਥਾਰ ਹੋ ਗਿਆ, ਲੇਕਿਨ ਘਰ ਦੇ ਵਿੱਚ ਅਸੀਂ ਨਿਹੱਥੇ ਹੋ ਗਏ ਔਰ ਸਾਡੀ ਕੋਈ ਬਹੁਤੀ ਤਾਕਤ ਰਹੀ ਨਹੀਂ, ਭਾਵੇਂ ਉਹ ਰਾਜਨੀਤਿਕ ਹੋਵੇ, ਧਾਰਮਿਕ ਹੋਵੇ ਜਾਂ ਸਮਾਜਿਕ ਹੋਵੇ। ਸਾਡੀਆਂ ਸੰਸਥਾਵਾਂ ਨੂੰ ਲਗਾਤਾਰ ਖੋਰਾ ਲੱਗਿਆ ਤੇ ਸੰਸਥਾਵਾਂ ਦੇ ਉੱਤੇ ਬੈਠੇ ਬੰਦੇ ਜਿਹੜੇ ਆ ਉਹਨਾਂ ਦੇ ਕੱਦ ਬੌਣੇ ਹੋ ਗਏ। ਫੈਸਲੇ ਲੈਣ ਲੱਗਿਆ ਉਹ ਕਈ ਦਿਸ਼ਾਵਾਂ ਵੱਲ ਝਾਕਦੇ ਆ ਕਿ ਮੇਰਾ ਨੁਕਸਾਨ ਨਾ ਹੋ ਜੇ। ਸੋ ਜਦੋਂ ਨੁਕਸਾਨਾਂ ਦੀ ਭਰਪਾਈ ਵੀ ਆਪਣਿਆਂ ਨੇ ਹੀ ਕਰਨੀ ਹੈ ਤੇ ਮੈਨੂੰ ਇੰਝ ਲੱਗਦਾ ਕਿ ਅਸੀਂ ਸਾਰੇ ਹੀ ਇੱਕ ਦੂਜੇ ਦੇ ਟਾਰਗੇਟ ਤੇ ਆ, ਨਿਸ਼ਾਨੇ ਤੇ ਆ, ਕਿਧਰੇ ਵੀ ਇਕੱਠੇ ਨਹੀਂ। ਸਰਦਾਰ ਸਾਹਿਬ ਮੇਰੇ ਨਾਲ ਨੇ। 2-3 ਅਹਿਮ ਖਬਰਾਂ ਸਾਡੇ ਦ੍ਰਿਸ਼ਟੀਗੋਚਰ ਹੋਈਆਂ ਜਿਨ੍ਹਾਂ ਤੇ ਚਰਚਾ ਕਰਨੀ ਬੜੀ ਮੁਨਾਸਬ ਹੈ, ਬਣਦੀ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਰਐਸਐਸ ਦਾ ਇੱਕ ਵਿੰਗ ਜਿਹੜਾ ਸਰਦਾਰ ਸਾਹਿਬ ਦੱਸਣਗੇ ਉਹਦੇ ਨਾਲ ਜੁੜਦੀ ਇੱਕ ਖਬਰ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਪੰਜਾਬੀ ਭਾਸ਼ਾ ਮੰਚ, ਹਾਂ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਭਾਸ਼ਾ ਮੰਚ ਯਤਨ ਕਰੇਗਾ ਜਿਹੜਾ ਕਿ ਆਰਐਸਐਸ ਨਾਲ ਜੁੜਿਆ ਹੋਇਆ। ਬੜੀ ਚੰਗੀ ਗੱਲ ਆ। ਜਦੋਂ ਵੀ ਕੋਈ ਪੰਜਾਬੀ ਦੀ ਗੱਲ ਕਰੂਗਾ ਸਾਨੂੰ ਚਾਅ ਚੜੂਗਾ, ਚੰਗਾ ਲੱਗੂਗਾ, ਲੇਕਿਨ ਆਖਰ ਇਹ ਖਿਆਲ ਇੰਨਾ ਮੌਲਿਕ ਖਿਆਲ ਕਿਉਂ ਆਇਆ ਇਹ ਵੀ ਦੇਖਣ ਦੀ ਲੋੜ ਆ। ਅੱਜ ਸਿੱਖ ਰੌਲਾ ਪਾ ਰਹੇ ਆ, ਅੱਜ ਸਿੱਖਾਂ ਨੇ ਕਈ ਜਗ੍ਹਾ ਤੇ ਰਿਐਕਟ ਕੀਤਾ, ਖਾਸ ਤੌਰ ਤੇ ਵਿਦੇਸ਼ੀ ਵਾਸਤੇ ਸਿੱਖਾਂ ਨੇ ਬਹੁਤ ਰਿਐਕਟ ਕੀਤਾ। ਅਸੀਂ ਇਹਨਾਂ ਚੀਜ਼ਾਂ ਇਸ ਮੌਕੇ ਤੇ ਉੱਥੇ ਸ਼ਮੂਲੀਅਤ ਵੀ ਨਹੀਂ ਕੀਤੀ। ਸਾਡੇ ਜਿਹਨਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਅਸੀਂ ਉਹਨਾਂ ਦੀ ਵੀ ਆਲੋਚਨਾ ਕੀਤੀ। ਹਾਂ, ਉਹਨਾਂ ਨੇ ਕੁਝ ਗਲਤ ਵੀ ਕਿਹਾ, ਇਹ 'ਚ ਕੋਈ ਦੋ ਰਾਵਾਂ ਨਹੀਂ, ਲੇਕਿਨ ਇਤਿਹਾਸ ਦੇ ਵਿੱਚ ਵੀ ਕਈ ਕੁਝ ਪਿਆ। ਸਾਡੀਆਂ ਆਪਣੀਆਂ ਸਾਖੀਆਂ, ਸਾਡੇ ਆਪਣੇ ਕੁਝ ਗ੍ਰੰਥ, ਉਹਨਾਂ ਦੇ ਵਿੱਚ ਜੋ ਲਿਖਿਆ ਲੋਕ ਉਹਨੂੰ ਕੋਟ ਕਰ ਦਿੰਦੇ ਆ। ਫਿਰ ਅਸੀਂ ਉਹਨਾਂ ਗ੍ਰੰਥਾਂ ਬਾਰੇ ਫੈਸਲਾ ਹੀ ਨਹੀਂ ਕਰਦੇ ਕਿ ਉਹ ਉਹਨਾਂ ਦੀ ਪ੍ਰਮਾਣਿਕਤਾ ਕੀ ਹੈ, ਅਸੀਂ ਕਿੰਨਾ ਕੁ ਉਹਨਾਂ ਨੂੰ ਮੰਨਦੇ ਆ ਜਾਂ ਉਹਨਾਂ ਨੂੰ ਅਸੀਂ ਟੋਟਕਿਆਂ ਦੇ ਵਿੱਚ ਮੰਨਦੇ ਆ ਜਿੰਨਾ ਸਾਨੂੰ ਵਾਰਾ ਖਾਂਦਾ ਮੰਨ ਲੈਂਦੇ ਆ। ਕੀ ਪ੍ਰਚਾਰਕਾਂ ਨੂੰ ਉਹਨਾਂ ਤੋਂ ਸਾਖੀਆਂ ਸੁਣਾਉਣਾ ਸੌਖਾ ਲੱਗਦਾ? ਇਹ ਬੜੇ ਵੱਡੇ ਸਵਾਲ ਆ, ਵਿਚਾਰਨ ਵਾਲੇ ਆ। ਪਰ ਤੁਸੀਂ ਪੜ੍ਹਨਾ ਨਹੀਂ, ਮੈਨੂੰ ਵੀ ਪਤਾ ਹੈ, ਤੁਸੀਂ ਸੁਣਨਾ ਚਾਹੁੰਦੇ ਹੋ ਤੇ ਅਸੀਂ ਸੁਣਾਉਣ ਲੱਗਿਆ ਇਹ ਸੋਚਦੇ ਆ ਕਿ ਯਾਰ ਸਾਡੇ ਤੇ ਵੀ ਕੋਈ ਹਰਫ ਨਾ ਆਵੇ, ਅਸੀਂ ਵੀ ਉਹ ਤਿੱਖੀ ਗੱਲ ਕਰਨੋਂ ਬਚਦੇ ਆ। ਹਾਂ, ਇਹ ਪੱਕੀ ਗੱਲ ਆ ਕਿ ਇੱਥੇ ਕੋਈ ਵੀ ਨਿੱਠ ਕੇ ਗੱਲ ਕਰਨ ਨੂੰ ਤਿਆਰ ਨਹੀਂ। ਸਿੱਖਾਂ ਦੀ ਇਹ ਤਰਾਸਦੀ ਆ। ਸੋ ਸਰਦਾਰ ਸਾਹਿਬ, ਸਭ ਤੋਂ ਵੱਡਾ ਸਵਾਲ ਕਿ ਜਿਨ੍ਹਾਂ ਨੇ ਕਦੇ ਪੰਜਾਬੀ ਭਾਸ਼ਾ ਦੇ, ਜਦੋਂ ਪੰਜਾਬੀ ਸੂਬਾ ਬਣਨਾ ਸੀ, ਪੰਜਾਬੀ ਭਾਸ਼ਾ ਲਿਖਵਾਉਣ ਲੱਗਿਆਂ ਵੀ ਝਿਜਕ ਦਿਖਾਈ, ਅੱਜ ਜੇ ਉਹ ਪੰਜਾਬੀ ਭਾਸ਼ਾ ਨੂੰ ਖੜਿਆ ਕਰਨਾ ਚਾਹੁੰਦੇ ਆ, ਪ੍ਰਫੁੱਲਤ ਕਰਨਾ ਚਾਹੁੰਦੇ ਆ, ਤੇ ਲੋਕ ਇਹ ਵੀ ਪੁੱਛਣਗੇ, ਜੇ ਕੋਈ ਸੋਚਣ ਵਾਲੇ ਹੋਣ, ਜੇ ਦਿਮਾਗ 'ਚ ਸਵਾਲ ਉੱਠੇ ਕਿ ਕੀ ਪੰਜਾਬੀ ਜਨ ਜੀਵਨ ਦੀਆਂ ਜੜ੍ਹਾਂ ਦੇ ਵਿੱਚ ਆਪਣਾ ਸਥਾਨ ਬਣਾਉਣ ਲਈ, ਪੰਜਾਬੀ ਜਨ ਜੀਵਨ ਨੂੰ ਅਪਣਾਉਣ ਲਈ, ਇੱਥੇ ਪੋਲਿਟਿਕਸ ਕਰਨ ਲਈ, ਜਾਂ ਪੰਜਾਬੀਆਂ ਦੇ ਵਿੱਚ ਘੁਸਪੈਠ ਕਰਨ ਲਈ ਇਹ ਸਭ ਕੁਝ ਹੋ ਰਿਹਾ, ਜਾਂ ਪੰਜਾਬੀਆਂ ਦੀ ਸੱਚਮੁੱਚ ਮਦਦ ਕਰਨ ਦਾ ਇੱਕ ਮੋਹ, ਇੱਕ ਖਿਆਲ ਆ ਗਿਆ? ਦੇਖੋ, ਪਹਿਲੀ ਗੱਲ ਤੇ ਬੜੀ ਸਾਫ਼ ਕਰਨੀ ਬਣਦੀ ਕਿ ਜਿਹੜੀ ਸ਼ਬਦ ਰਾਸ਼ਟਰੀ ਸਵੈਮ ਸੇਵਕ ਸੰਘ ਜੀ, ਇਹ ਇੱਕ ਨੀਤੀ ਘਾੜਾ ਸੰਸਥਾ ਹੈ ਜੀ, ਜਿਹਦੀਆਂ ਅੱਗੇ ਵੱਖ-ਵੱਖ ਬ੍ਰਾਂਚਾਂ ਨੇ, ਜਿਹਦੇ 'ਚ ਭਾਜਪਾ ਵਰਗੀ ਜਿਹੜੀ ਸਿਆਸੀ ਪਾਰਟੀ ਹੈ ਇਹ ਉਹਦਾ ਪੋਲੀਟੀਕਲ ਵਿੰਗ ਹੈ ਜੀ। ਇਹ ਤੋਂ ਗਾਂਹ ਨਹੀਂ ਸੋਚਣਾ ਚਾਹੀਦਾ। ਬਾਕੀ ਜਿਹੜੀਆਂ ਸੰਸਥਾਵਾਂ ਨੇ ਉਹਦੀਆਂ, ਚਾਹੇ ਰਾਸ਼ਟਰੀ ਸਿੱਖ ਸੰਗਤ ਹੈ ਉਹ ਕੀ ਕਰਦੀ ਹੈ, ਕਿਸ ਮਕਸਦ ਲਈ ਹੈ, ਉਹਦਾ ਵੱਖਰਾ ਮਕਸਦ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦਾ ਇੱਕ ਵੱਖਰਾ ਟੀਚਾ ਦਿੱਤਾ ਗਿਆ ਹੈ। ਸੋ ਉਹਦੀਆਂ ਕੋਈ 17-18 ਸ਼ਾਖਾਵਾਂ ਜਿਹੜੀਆਂ ਨੇ, ਜਿਹੜੀਆਂ ਬ੍ਰਾਂਚਾਂ ਨੇ, ਉਹ ਕੰਮ ਕਰਦੀਆਂ ਨੇ ਪੂਰੇ ਮੁਲਕ ਦੇ ਵਿੱਚ ਜੀ। ਹੁਣ ਜਦੋਂ ਆਰਐਸਐਸ ਇਸ ਮੁੱਦੇ ਉੱਤੇ ਵਿਚਾਰ ਰਹੀ ਹੈ ਤੇ ਫਿਰ ਇਹ ਵੇਖਣਾ ਚਾਹੀਦਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਜਿਹੜਾ ਆ ਉਹਦਾ ਜਨਮ ਅੱਜ ਤਾਂ ਨਹੀਂ ਹੋਇਆ, ਉਹਦਾ ਜਨਮ ਤੇ ਆਜ਼ਾਦੀ ਤੋਂ ਪਹਿਲਾਂ ਦਾ ਹੀ ਦੱਸਿਆ ਜਾ ਰਿਹਾ ਜੀ।
ਜਦੋਂ ਪੰਜਾਬੀ ਸੂਬੇ ਦੀ ਪੰਜਾਬੀ ਭਾਸ਼ਾ ਦੀ ਮੰਗ ਉੱਠਦੀ ਆ ਪੰਜਾਬ ਚੋਂ, ਔਰ ਉਦੋਂ ਇਹ ਦਾਅਵਾ ਕੀਤਾ ਜਾ ਰਿਹਾ ਔਰ ਪ੍ਰਚਾਰਿਆ ਗਿਆ ਕਿ ਇਹ ਪੰਜਾਬ ਚ ਵਸਦੇ ਹਿੰਦੂਓ, ਤੁਸੀਂ ਆਪਣੀ ਭਾਸ਼ਾ ਜਿਹੜੀ ਮਾਂ ਬੋਲੀ ਆ ਹਿੰਦੀ ਲਿਖਵਾ ਦੇਣੀ ਆ। ਹੁਣ ਉਹਦੇ ਤੋਂ ਬਾਅਦ ਪੰਜਾਬੀ ਨੇ ਕਿੰਨਾ ਸਫ਼ਰ ਤੈਅ ਕੀਤਾ ਆ, ਇਹ ਤੁਹਾਡੇ ਵੀ ਸਾਹਮਣੇ ਆ, ਸਾਡੇ ਵੀ ਸਾਹਮਣੇ ਆ। ਅਣਗਿਣਤ ਵਾਰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਪਾਸ ਹੁੰਦੇ ਨੇ, ਸਰਕਾਰੀ ਕੰਮ ਜਿਹੜਾ ਆ ਪੰਜਾਬੀ ਚ ਕਰੋ, ਪੰਜਾਬੀ ਚ ਕਰੋ। ਜਿਨ੍ਹਾਂ ਲੋਕਾਂ ਨੇ ਪੰਜਾਬੀ ਭਾਸ਼ਾ ਦੀ, ਪੰਜਾਬੀ ਬੋਲੀ ਦਾ ਹੀ ਵਿਰੋਧ ਕੀਤਾ ਪੰਜਾਬ ਦੇ ਵਿੱਚ, ਉਹ ਵੀ ਇਹੀ ਸੰਸਥਾਵਾਂ ਸਨ। ਲੇਕਿਨ ਹੁਣ ਜਦੋਂ ਇੱਕ ਲੰਬਾ ਪੈਂਡਾ ਤੈਅ ਕਰ ਲਿਆ, ਸੱਤਾ ਦਾ ਸੁੱਖ ਮਾਣ ਲਿਆ, ਲੇਕਿਨ ਆ ਜਿਹੜੇ 3.5 ਸਾਲ ਨਾ, ਇਹ ਪੰਜਾਬ ਦੀ ਸੱਤਾ ਤੋਂ ਬਾਹਰ ਰਹਿਣਾ ਜਿਹੜਾ ਬੜਾ ਅਖੜ ਜਿਹਾ ਜਾ ਰਿਹਾ। ਹੁਣ ਲੱਗਦਾ ਕਿ 2022 ਆ ਗਿਆ, ਕੋਈ ਨਵਾਂ ਏਜੰਡਾ ਤੇ ਚਾਹੀਦਾ ਨਾ। ਪੁਰਾਣਾ ਤੇ ਏਜੰਡਾ ਉਹੀ ਹੈ, ਸਾਡਾ ਏਜੰਡਾ ਤੇ ਉਹੀ ਕਿ ਸੱਤਾ ਚਾਹੀਦੀ ਹੈ, ਲੇਕਿਨ ਉਸ ਦੇ ਲਈ ਕੋਈ ਨਵਾਂ ਚੋਗਾ ਕਿਹੜਾ ਸੁੱਟਣਾ ਲੋਕਾਂ ਨੂੰ ਪੰਜਾਬੀਆਂ ਨੂੰ। ਸਰਦਾਰ ਸਾਹਿਬ, ਉਹ ਇੱਕ ਪਹਿਲੂ ਆ। ਦੂਜਾ ਪਹਿਲੂ ਇਹ ਆ ਕਿ ਜਿਹੜੀਆਂ ਇਹ ਸੰਸਥਾਵਾਂ ਨੇ, ਇਹਨਾਂ ਨੂੰ ਸੱਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹ ਉਹ ਸੰਸਥਾਵਾਂ ਨੇ ਜਿਹੜੀਆਂ ਵਿਚਾਰਧਾਰਕ ਤੌਰ ਤੇ ਆਪਣੀ ਕਮਿਊਨਿਟੀ ਨੂੰ ਸਰਵ ਕਰਦੀਆਂ। ਇਹ ਆਪਣੇ ਲਈ ਸਮਰਥਨ ਜਟਾਉਂਦੀਆਂ, ਆਪਣੇ ਹਾਣ ਦਾ ਲੋਕਾਂ ਨੂੰ ਬਣਾ ਲੈਂਦੀਆਂ, ਆਪਣੀ ਸੋਚ ਦਾ ਬਣਾ ਲੈਂਦੀਆਂ। ਸੋ ਸਭ ਤੋਂ ਪਹਿਲਾਂ ਤੇ ਇਹ ਕੋਸ਼ਿਸ਼ ਕਰਦੇ ਆ ਕਿ ਅਸੀਂ ਜਿਸ ਵੀ ਖਿੱਤੇ ਦੇ ਵਿੱਚ ਲੋਕਾਂ ਦੇ ਵਿੱਚ ਰਲਣਾ ਮਿਲਣਾ, ਪਹਿਲਾਂ ਉਹਨਾਂ ਵਰਗੇ ਹੋ ਜਾਈਏ, ਪਹਿਲਾਂ ਉਹਨਾਂ ਚ ਘਿਓ ਖਿਚੜੀ ਹੋ ਜਾਈਏ ਜਾ ਕੇ, ਉਹਨਾਂ ਦੀਆਂ ਲੋੜਾਂ ਅਨੁਸਾਰ ਚੱਲੀਏ, ਉਹਨਾਂ ਦੀਆਂ ਲੋੜਾਂ ਅਨੁਸਾਰ ਉਹਨਾਂ ਨੂੰ ਕੀ ਚੰਗਾ ਲੱਗਦਾ। ਕਿਉਂਕਿ ਉੱਪਰੋਂ ਥੋਪ ਕੇ ਦੇਖ ਲਿਆ ਵੀ ਇੰਜ ਨਹੀਂ ਇੰਜ ਕਰੋ, ਕੋਈ ਨਹੀਂ ਮੰਨਦਾ। ਲੇਕਿਨ ਜੇਕਰ ਤੁਸੀਂ ਉਹਨਾਂ ਦੇ ਬਣ ਜਾਓਗੇ, ਇਹ ਵੀ ਪਤਾ ਹੈ ਕਿ ਪੰਜਾਬੀ ਬੜੇ ਛੇਤੀ ਆਪਣਾ ਲਿਫ ਜਾਂਦੇ ਨੇ, ਘਿਓ ਖਿਚੜੀ ਹੋ ਜਾਂਦੇ, ਤੁਹਾਡਾ ਸ਼ਬਦ ਹੈ। ਬਿਲਕੁਲ ਬਿਲਕੁਲ ਬਿਲਕੁਲ। ਉਹ ਮੈਨੂੰ ਲੱਗਦਾ ਕਿ ਉਹ ਹੱਥਕੰਡਾ ਅਪਣਾਇਆ ਜਾ ਰਿਹਾ ਜੀ। ਦੇਖੋ, ਜਿੱਦਾਂ ਤੁਸੀਂ ਹੁਣ ਪਿਛਲੇ ਸਮੇਂ ਸੁਣਿਆ ਕਿ ਜਦੋਂ ਭਾਜਪਾ ਨੇ ਕਿਹਾ ਸੀ ਕਿ ਸਾਨੂੰ ਦਸਤਾਰਧਾਰੀ ਜਿਹੜੇ ਆ ਉਹ ਨਜ਼ਰ ਆ ਰਹੇ ਨੇ, ਸਾਬਤ ਸੂਰਤ ਚਿਹਰਿਆਂ ਦੀ ਚੋਣ ਕੀਤੀ ਗਈ। ਹੁਣ ਉਹਨਾਂ ਸਾਬਤ ਸੂਰਤ ਜਿਹੜੇ ਚਿਹਰੇ ਆ, ਉਹਨਾਂ ਦੀ ਜਿਹੜੀ ਮਾਂ ਬੋਲੀ ਹੈ ਉਹਦੀ ਚੋਣ ਕੀਤੀ ਗਈ ਹੈ ਜੀ ਜੀ। ਔਰ ਗਵਰਨਰ ਹਾਊਸ ਨੂੰ ਹੁਣ ਦੱਸਿਆ ਜਾ ਰਿਹਾ ਕਿ ਤੁਹਾਡੇ ਕੋਲ ਸੰਵਿਧਾਨ ਦੀ ਧਾਰਾ 348(2) ਜਿਹੜੀ ਆ ਉਹਦੇ ਤਹਿਤ ਅਧਿਕਾਰ ਹੈਗੇ ਨੇ ਜੀ ਕਿ ਤੁਸੀਂ ਕੋਈ ਵੀ ਜਿਹੜਾ ਆਪਣਾ ਨੋਟੀਫਿਕੇਸ਼ਨ ਹੈ ਉਹ ਸਥਾਨਕ ਭਾਸ਼ਾ ਵਿੱਚ ਕਰ ਸਕਦੇ ਹੋ ਜੀ। ਸੋ ਐਡੀ ਵੱਡੀ ਤਰੱਦਦ ਕਰਨਾ ਔਰ ਫਿਰ ਇਹ ਕਹਿਣਾ ਕਿ ਜਿਹੜੀ ਇਹ ਭਾਸ਼ਾ ਆ, ਇਹਨੂੰ ਨਿੱਜੀ ਸਕੂਲ ਜਿਹੜੇ ਆ ਉਹ ਖਤਮ ਕਰੀ ਜਾ ਰਹੇ ਆ, ਉਹਨਾਂ ਸਕੂਲਾਂ ਵੱਲ ਵੀ ਗੇੜਾ ਮਾਰਾਂਗੇ। ਸੋ ਕਹਿਣ ਦਾ ਮਤਲਬ ਇਹੋ ਹੀ ਆ ਕਿ ਅਸੀਂ ਤੁਹਾਡੇ ਆ ਤੇ ਤੁਹਾਡੇ ਬਣ ਕੇ ਰਵਾਂਗੇ, ਪੰਜਾਬ ਦੇ ਬਣ ਕੇ ਰਵਾਂਗੇ। ਇੱਕ ਸਵਾਲ ਨਾਲ ਖੜਾ ਹੋ ਜਾਂਦਾ, ਸਿਰ ਚੱਕ ਲੈਂਦਾ ਕਿ ਜਦੋਂ ਕੋਈ ਕਿਸੇ ਦਾ ਬਣਦਾ ਹੈ ਤੇ ਉਹ ਵਾਪਸੀ ਵੀ ਚਾਹੁੰਦਾ ਹੈ। ਜਦੋਂ ਮੁਹੱਬਤ ਦਾ ਵੀ ਇਹੀ ਅਸੂਲ ਹੈ ਕਿ ਜੇਕਰ ਤੁਸੀਂ ਕਿਸੇ ਦੇ ਕਦਮਾਂ 'ਚ ਵਿਛਦੇ ਹੋ ਤੇ ਫਿਰ ਤੁਸੀਂ ਆਸ ਕਰਦੇ ਹੋ ਕਿ ਅਗਲਾ ਡਬਲ ਵਿਛੇ। ਬਿਲਕੁਲ, ਗਿਵ ਐਂਡ ਟੇਕ ਦੀ ਪਾਲਿਸੀ ਆ। ਤੇ ਪੰਜਾਬੀ ਤਾਂ ਜੇ ਕਹਿੰਦੇ ਇਹਨਾਂ ਵੱਲ ਇੱਕ ਕਦਮ ਕੋਈ ਆਉਂਦਾ ਤੇ ਕਈ ਕਦਮ ਇਹ ਜੱਫੀ ਪਾਉਣ ਭੱਜ ਪੈਂਦੇ। ਬਿਲਕੁਲ ਠੀਕ ਹੈ। ਇਹ ਸੁਚੇਤ ਰਹਿਣ ਦੀ ਲੋੜ ਹੈ ਕਿ ਤੁਹਾਡੀ ਪਛਾਣ ਜਿਹੜੀ ਪਹਿਲਾਂ ਹੀ ਸੰਕਟ ਦੇ ਮੂੰਹ ਆ, ਉਸ ਪਛਾਣ ਤੇ ਇਹ ਨਵੀਂ ਇੱਕ ਅਪਰੋਚ ਜਿਹੜੀ ਆ, ਸੋਚ ਜਿਹੜੀ ਆ, ਪਹੁੰਚ ਜਿਹੜੀ, ਇਹ ਉਸ ਤੁਹਾਡੀ ਪਛਾਣ ਦੇ ਉੱਤੇ ਨਵੇਂ ਹਮਲਾ ਤਾਂ ਨਹੀਂ ਮੈਂ ਕਹੂੰਗਾ, ਇੱਕ ਨਵਾਂ ਸੰਕਟ ਹੈ। ਇਸ ਸੰਕਟ ਤੋਂ ਸਿੱਝਣ ਲਈ ਤੁਹਾਨੂੰ ਬ੍ਰੇਨ ਚਾਹੀਦੇ ਹੋਣਗੇ, ਤੁਹਾਨੂੰ ਇਹ ਜੇਕਰ ਇਹ ਸੰਸਥਾਵਾਂ ਸੱਚਮੁੱਚ ਮੋਹ ਕਰਦੀਆਂ ਇਸ ਖਿੱਤੇ ਨੂੰ, ਇੱਥੋਂ ਦੇ ਲੋਕ ਉਹਨਾਂ ਦਾ ਹਿੱਸਾ ਬਣ ਕੇ ਸਰਵ ਕਰਨਾ ਚਾਹੁੰਦੇ ਆ, ਤੇ ਸਭ ਤੋਂ ਪਹਿਲਾਂ ਇੱਥੇ ਦੀ ਮਰੀ ਪਈ ਆਰਥਿਕਤਾ ਨੂੰ ਤਾਂ ਠੁੰਮਣਾ ਦੇਣ। ਤੁਸੀਂ ਸਭ ਤੋਂ ਪਹਿਲਾਂ ਪੰਜਾਬੀ ਨੂੰ ਬਚਾਉਣ ਵਾਲਿਓ, ਪਹਿਲਾਂ ਇਹ ਦੇਖੋ ਕਿ ਪੰਜਾਬੀ ਨਾਲ ਜੁੜੀਆਂ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਭਾਸ਼ਾ ਵਿਭਾਗ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਇਸ ਤਰ੍ਹਾਂ ਦਾ ਕਰ ਰਹੀ ਹੈ, ਹੋਰ ਵੀ ਜਿਹੜੇ ਸਾਹਿਤ ਅਕਾਦਮੀਆਂ ਨੇ, ਇਹਨਾਂ ਨੂੰ ਪਹਿਲਾਂ ਦਿਓ 2-2, 4-400 ਕਰੋੜ। ਤੁਸੀਂ 1000 ਕਰੋੜ ਅਨਾਉਂਸ ਕਰਾਓ ਸਰਕਾਰ ਤੋਂ, ਜਿਹੜੀ ਸਰਕਾਰ ਤੁਹਾਡੇ ਅਨੁਸਾਰ ਚੱਲਦੀ। ਇਹਨਾਂ ਨੂੰ ਨਾ ਵੀ ਦਿਓ, ਜਿਹੜੀ ਤੁਹਾਡੀ ਲੀਡਰਸ਼ਿਪ ਹੈ, ਜਿਹੜੀ ਤੁਹਾਡੀ ਵਿਚਾਰਧਾਰਾ ਵਾਲੀ ਲੀਡਰਸ਼ਿਪ ਹੈ, ਘੱਟੋ ਘੱਟ ਉਹਨਾਂ ਨੂੰ ਕਹਿ ਦਿਓ ਕਿ ਤੁਸੀਂ ਅੱਜ ਤੋਂ ਪੰਜਾਬੀ ਬੋਲਣੀ ਸ਼ੁਰੂ ਕਰ ਦਿਓ। ਕੁਦਰਤੀ ਹੈ। ਉਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਜਾਓ ਨਾ ਰੰਧਾਵਾ ਸਾਹਿਬ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਇਹ ਹਿੰਦੀ ਬੋਲਦੇ ਕਿ ਸੰਸਕ੍ਰਿਤ ਬੋਲਦੇ ਆ। ਅੱਧੇ ਪੰਜਾਬੀ ਪੱਤਰਕਾਰ ਤੇ ਉੱਠ ਕੇ ਪਾਸੇ ਹੋ ਜਾਂਦੇ ਆ ਕਿ ਭਾਈ ਜਦੋਂ ਪੰਜਾਬੀ ਦਾ ਪ੍ਰੈਸ ਨੋਟ ਭੇਜ ਦੋਗੇ ਫਿਰ ਦੇਖ ਲਾਂਗੇ। ਸੋ ਇੰਨਾ ਕੁ ਜਿਹੜੀ ਗਹਿ ਗੱਚ ਆ ਉਹਦੇ ਚੋਂ ਨਿਕਲਣਾ ਵੀ ਹੈ। ਔਰ ਦੂਸਰੀ ਗੱਲ, ਜਿੱਥੋਂ ਤੱਕ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ, ਪੰਜਾਬੀਆਂ ਦੀ ਹਾਲਤ ਤੇ ਇਹ ਆ ਵੀ ਕੰਬਲੀ ਵੀ ਰੁੜਦੀ ਦੇਖੀ ਨਾ ਕਿ ਛਾਲ ਮਾਰਤੀ ਵੀ ਲੈ ਹੋ, ਤੇ ਉਹ ਕੰਬਲੀ ਨੇ ਪੰਜਾਬੀਆਂ ਨੂੰ ਅਜੇ ਤੱਕ ਡਬੋਇਆ ਹੋਇਆ। ਬਸ ਜਿਹੜੀ ਕੰਬਲੀ ਉਹਦੀ ਉਹ ਡਬੋਦੀ ਹੈ ਇਹਨਾਂ ਨੂੰ। ਸਰਦਾਰ ਸਾਹਿਬ, ਸੁਖਬੀਰ ਸਿੰਘ ਬਾਦਲ ਲਈ ਵੀ ਇੱਕ ਨਵੇਂ ਤਰ੍ਹਾਂ ਦੇ ਸੰਕਟ ਹੋਣਗੇ, ਲੇਕਿਨ ਉਹਨਾਂ ਲਈ ਇੱਕ ਰਾਹਤ ਦੀ ਖਬਰ ਵੀ ਹੈ। ਉਹ ਰਾਹਤ ਦੀ ਖਬਰ ਇਹ ਹੈ ਕਿ ਇੱਕ ਵੱਡੇ ਚਿਹਰੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਨਾਲ ਸੰਬੰਧਿਤ
ਜਿਨ੍ਹਾਂ ਨੂੰ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਪ੍ਰਭਾਰੀ ਲਾਇਆ ਰੱਖਿਆ, ਇੰਚਾਰਜ ਲਾਈ ਰੱਖਿਆ। ਅਵਿਨਾਸ਼ ਰਾਏ ਖੰਨਾ ਜੰਮੂ ਕਸ਼ਮੀਰ ਦੇ ਵੀ ਇੰਚਾਰਜ ਸੀਗੇ, ਔਰ ਉਹ ਜਿਹੜੀ ਰੈੱਡ ਕ੍ਰਾਸ ਵਰਗੀ ਵੱਡੀ ਸੰਸਥਾ ਹੈ ਉਹਦੇ ਵਾਈਸ ਪ੍ਰੈਜ਼ੀਡੈਂਟ ਸ਼ਾਇਦ ਸੀਗੇ ਜਾਂ ਵਾਈਸ ਚੇਅਰਮੈਨ ਸੀਗੇ, ਮੈਨੂੰ ਐਗਜ਼ੈਕਟ ਜਾਣਕਾਰੀ ਨਹੀਂ। ਲੇਕਿਨ ਉਹਨਾਂ ਨੂੰ ਜਿਹੜੀ ਕੇਂਦਰੀ ਹਾਈ ਕਮਾਂਡ ਹੈ, ਲੀਡਰਸ਼ਿਪ ਹੈ ਉੱਪਰ ਵਾਲੀ ਭਾਰਤੀ ਜਨਤਾ ਪਾਰਟੀ, ਉਹ ਕੋਈ ਨਾ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਰੱਖਦੀ ਹੈ। ਜੇਕਰ ਪ੍ਰਧਾਨ ਨੇ ਅਸਲ ਜੇ ਉਹਨਾਂ ਦਾ ਇੱਕ ਬਿਆਨ ਇਹ ਆਉਂਦਾ ਹੈ ਕਿ ਅਸੀਂ ਪਹਿਲੇ ਗੱਠਜੋੜ ਨਾਲ ਹੀ ਚੱਲਾਂਗੇ, ਅਸੀਂ ਕੋਈ ਨਵਾਂ ਗੱਠਜੋੜ ਨਹੀਂ ਕਰ ਰਹੇ, ਸਾਡੇ ਕੋਲ ਨਵੇਂ ਮਨਸੂਬੇ ਨਹੀਂ, ਤੇ ਸੁਖਬੀਰ ਸਿੰਘ ਬਾਦਲ ਨੂੰ ਤਾਂ ਠੰਡੇ ਗਲਾਸ ਦਾ ਪਾਣੀ ਇੱਕ ਪੀ ਲੈਣਾ ਚਾਹੀਦਾ, ਗਲਾਸ ਇੱਕ ਪਾਣੀ ਦਾ, ਤਾਂ ਕਿ ਇਹ ਇੱਕ ਬੜੇ ਚਿਰਾਂ ਬਾਅਦ ਉਹਨਾਂ ਨੂੰ ਰਾਤ ਦੀ ਖਬਰ ਹੈ। ਨਹੀਂ ਤੇ ਕਿਧਰੋਂ ਨਾ ਕਿਧਰੋਂ ਕੋਈ ਚੁਆਂਤੀ ਛੇੜ ਜਾਂਦਾ ਸੀ ਕਿ ਬੀਜੇਪੀ ਵੱਖ ਹੋਣ ਲੱਗੀ, ਜੇ ਉਹ ਲੜੂਗੀ ਸਾਰੀਆਂ ਸੀਟਾਂ ਤੇ, ਉਹ 50 ਸੀਟਾਂ 59 ਸੀਟਾਂ ਮੰਗ। ਸੋ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਇੱਕ ਜੇ ਜਵਾਬ ਆਇਆ ਕੋਈ ਮੀਡੀਆ ਨੂੰ, ਅਵਿਨਾਸ਼ ਰਾਏ ਖੰਨਾ ਦਾ, ਜਿਹੜੇ ਕਿ ਘੱਟ ਬੋਲਣ ਲਈ ਜਾਣੇ ਜਾਂਦੇ ਆ, ਅਕਸਰ ਨੀਤੀ ਬਿਆਨ ਘੱਟ ਦਿੰਦੇ ਆ, ਉਹਨਾਂ ਨੇ ਜੇ ਇਹ ਸਟੇਟਮੈਂਟ ਦਿੱਤੀ ਹੈ ਕਿ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ, ਤੇ ਇਹਦਾ ਮਤਲਬ ਇਹ ਹੈ ਕਿ ਅੰਦਰ ਜੋ ਚੱਲ ਰਿਹਾ ਜਾਂ ਤੇ ਉਹਦੇ ਵਿੱਚ ਕੋਈ ਤਬਦੀਲੀ ਆਈ ਹੈ, ਨੀਤੀਗਤ ਤਬਦੀਲੀ, ਜਾਂ ਫਿਰ ਇੱਕ ਸਰਦਾਰ ਸਾਹਿਬ ਇਹ ਵੀ ਹੋ ਸਕਦਾ ਕਿ ਕਿਧਰੇ ਇਹ ਵੀ ਸੋਚਿਆ ਗਿਆ ਹੋਵੇ ਕਿ ਜੇ ਨਵੇਂ ਚਿਹਰੇ ਆਉਂਦੇ ਆ, ਬੀਜੇਪੀ ਇਕੱਲਿਆਂ ਤੁਰਨ ਦਾ ਫੈਸਲਾ ਅਸੀਂ ਕਿੱਥੇ ਜਾਵਾਂਗੇ, ਤੇ ਇਹ ਪੁਰਾਣੇ 10-20 ਚਿਹਰੇ ਖੰਨਾ ਸਾਹਿਬ ਵਰਗੇ ਕਿੱਧਰ ਜਾਣਗੇ, ਜਾਂ ਇਹਨਾਂ ਦੀ ਪੁੱਛਗਿੱਛ ਕਿੰਨੀ ਰਹੂਗੀ, ਇਹ ਵੀ ਡਰ ਹੋ ਸਕਦੇ। ਇਸ ਕਰਕੇ ਇੱਕ ਨਵੀਂ ਸ਼ੁਰਲੀ ਛੱਡੀ ਗਈ। ਹਾਂ, ਔਰ ਦੇਖੋ ਆਮ ਤੁਸੀਂ ਘਰਾਂ 'ਚ ਹੀ ਦੇਖੋ, ਜਦੋਂ ਬਜ਼ੁਰਗ ਨੇ ਗਵਾਂਢੀ ਪਹਿਲਾਂ ਜਵਾਨੀ 'ਚ ਗਵਾਂਢੀ ਹੁੰਦੇ ਨੇ ਤੇ 100 ਲੜਾਈਆਂ ਹੁੰਦੀਆਂ ਨੇ, ਜਦੋਂ ਬਜ਼ੁਰਗ ਹੋ ਜਾਂਦੇ ਨੇ ਤੇ ਫਿਰ ਜੇ ਕਿਤੇ ਆਪ ਵੀ ਖੜਾ ਉੱਠਣ ਨਾ ਉੱਠਿਆ ਜਾਵੇ ਨਾ, ਤੇ ਗਵਾਂਢੀ ਬਜ਼ੁਰਗ ਨੂੰ ਕਹਿਣਗੇ ਮੇਰਾ ਹੱਥ ਫੜੀ ਜਰੀ। ਹਾਂ, ਘੱਟੋ ਘੱਟ ਫਿਰ ਔਲਾਦ ਜਿਹੜੀ ਕਹਿਣਾ ਨਹੀਂ ਮੰਨਦੀ। ਔਰ ਹੋ ਸਕਦਾ ਸ਼ਾਇਦ ਇਹਨਾਂ ਨੂੰ ਲੱਗਦਾ ਕਿ ਅਸੀਂ ਕਿੱਥੇ ਜਾਵਾਂਗੇ, ਜਿਨ੍ਹਾਂ ਨੇ ਇੰਨਾ ਚਿਰ ਆ ਜਿਹੜਾ ਸਾਰਾ ਮਹੱਲ ਖੜਾ ਕੀਤਾ ਆ, ਜੇ ਕੱਲ ਨੂੰ ਕੋਈ ਨਵੀਂ ਨੀਤੀ ਆ ਗਈ, ਕੋਈ ਨਵਾਂ ਸਲਾਹਕਾਰ ਆ ਗਿਆ ਸਾਡਾ, ਕੋਈ ਨਵਾਂ ਭਾਈਵਾਲ ਆ ਗਿਆ, ਫਿਰ ਅਸੀਂ ਕਿੱਥੇ ਖੜੇ ਆ ਜੀ। ਆਖਰਕਾਰ ਜਿਹੜੇ ਨਵੇਂ ਲੋਕ ਆ ਰਹੇ ਨੇ, ਉਹ ਨਵੇਂ ਮਨਸੂਬੇ ਲੈ ਕੇ ਆ ਰਹੇ ਨੇ, ਨਵਾਂ ਵਿਜ਼ਨ ਲੈ ਕੇ ਆ ਰਹੇ ਨੇ, ਫਿਰ ਸਾਡਾ ਵਿਜ਼ਨ ਤੇ ਖਤਮ ਹੋ ਗਿਆ। ਬਿਲਕੁਲ। ਤਾਂ ਸਾਡੀ ਜਿਹੜੀ ਆ, ਸਾਡਾ ਦਾਲ ਪਾਣੀ ਚਾਲੂ ਰਹਿਣਾ ਚਾਹੀਦਾ, ਸਾਡੀ ਸੱਤਾ ਜਿਹੜੀ ਹੈ ਬਰਕਰਾਰ ਰਹਿਣੀ ਚਾਹੀਦੀ ਹੈ। ਔਰ ਇਹ ਇਕੱਲੇ ਅਵਿਨਾਸ਼ ਰਾਏ ਖੰਨਾ ਨਹੀਂ, ਬਲਕਿ ਉਹਨਾਂ ਵਰਗੇ ਹੋਰ ਅਣਗਿਣਤ ਹਮ ਖਿਆਲੀ ਹੋਣਗੇ, ਜਿਨ੍ਹਾਂ ਨੂੰ ਪਿਛਲੇ ਸਮਿਆਂ ਦੌਰਾਨ ਕਦੇ ਪੁੱਛਿਆ ਹੀ ਨਹੀਂ ਗਿਆ ਕਿ ਤੁਸੀਂ ਵੀ ਹੈਗੇ ਹੋ ਪਾਰਟੀ ਤੇ ਕਿ ਨਹੀਂ। ਦੇਖੋ, ਕੁਝ ਇੱਕ ਲੋਕ ਜਿਨ੍ਹਾਂ 'ਚ ਮਨੋਰੰਜਨ ਕਾਲੀਆ ਨੇ, ਮਦਨ ਮੋਹਨ ਮਿੱਤਲ ਵੀ ਬਹੁਤ ਵਾਰੀ ਇਹਨਾਂ ਦੇ ਨਾਲ ਕਦਮ ਚਾਲ ਕਰਦੇ ਆ, ਸੋ ਉਹ ਮੌਕਾ ਬਮੌਕਾ ਇਹਨਾਂ ਦੇ ਨਾਲ ਭੀੜ ਪੈਣ ਤੇ ਖੜੇ ਨਜ਼ਰ ਆਉਂਦੇ ਆ। ਬਿਲਕੁਲ, ਸੁਖਬੀਰ ਸਿੰਘ ਬਾਦਲ ਉਹਨਾਂ ਦੀ ਟੀਮ ਨਾਲ। ਹੁਣ ਜਦੋਂ ਅਵਿਨਾਸ਼ ਰਾਏ ਖੰਨਾ ਇਹ ਗੱਲ ਕਹਿ ਰਿਹਾ, ਤੇ ਇਹ ਸੋਚਣਾ ਬਣਦਾ ਹੈ ਕਿ ਸੱਚਮੁੱਚ ਇਹ ਜਿਹੜੀ ਬੇਯਕੀਨੀ ਦੀ ਵਾਤਾਵਰਨ ਹੈ ਕਿ ਜੇ ਮੰਨ ਲਓ ਪ੍ਰਤਾਪ ਸਿੰਘ ਬਾਜਵਾ, ਜਿਨ੍ਹਾਂ ਕੋਲੋਂ ਕੈਪਟਨ ਅਮਰਿੰਦਰ ਸਿੰਘ ਨੇ ਸਿਕਿਉਰਿਟੀ ਲੈ ਲਈ, ਜੇ ਉਹ ਹੁਣ ਕੇਂਦਰ ਤੇ ਨਿਰਭਰ ਹੈ ਤੇ ਉਹ ਕੇਂਦਰ ਨਾਲ ਜ਼ਿਆਦਾ ਅੱਗੇ ਨਾਲੋਂ ਬਣਾ ਕੇ ਰੱਖਣਗੇ। ਜੇਕਰ ਦੁੱਲੋ ਨੇ, ਜੇਕਰ ਨਵਜੋਤ ਸਿੰਘ ਸਿੱਧੂ ਘਰ ਬੈਠੇ ਹੋਏ ਆ, ਇਹ ਸਾਰੇ ਲੀਡਰ ਜੇਕਰ ਆ ਜਾਂਦੇ ਆ, ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ, ਜਿਹੜੀ ਫੰਨੇ ਖਾਂ ਬਣਦੀ ਹੈ ਭਾਜਪਾ ਦੀ, ਉਹਦੀ ਕੋਈ ਬਹੁਤ ਜ਼ਿਆਦਾ ਹਾਈ ਕਮਾਂਡ ਕੋਲ ਸ਼ਿਕਾਇਤਾਂ ਲਾਉਣ ਤੋਂ ਇਲਾਵਾ ਜਾਂ ਕੁਝ ਉਹਨਾਂ ਦੇ ਕੰਨ ਭਰਨ ਤੋਂ ਇਲਾਵਾ ਭੂਮਿਕਾ ਬਚੂਗੀ। ਕਿਉਂਕਿ ਫਿਰ ਪੰਜਾਬ ਨੂੰ, ਪੰਜਾਬ ਦੀ ਜਿਹੜੀ ਇੱਕ ਨਵੀਂ ਰਾਜਨੀਤੀ ਹੈ, ਉਹਦੇ ਵਾਂਗ ਆਂਕਿਆ ਜਾਊਗਾ। ਸੋ ਅਵਿਨਾਸ਼ ਰਾਏ ਖੰਨਾ ਵਰਗੇ ਜਿਹੜੇ ਹਾਈ ਪ੍ਰੋਫਾਈਲ ਤਾਂ ਹੈਗੇ ਨੇ, ਲੇਕਿਨ ਲੋ ਪ੍ਰੋਫਾਈਲ ਰਹਿਣਾ ਪਸੰਦ ਕਰਦੇ ਆ, ਉਹ ਲੋਕ ਫਿਰ ਆਪੇ ਕੁਦਰਤੀ, ਕਿਉਂਕਿ ਅੱਜ ਕੱਲ ਖਬਰਾਂ ਦਾ ਜ਼ਮਾਨਾ, ਅੱਜ ਕੱਲ ਸੁਰਖੀਆਂ ਬਣੇ ਰਹਿਣ ਦਾ ਜ਼ਮਾਨਾ, ਸੋ ਉਹਦੇ ਵਿੱਚ ਰਹਿਣਾ, ਇਹ ਜਿਹੜੇ ਨਵੇਂ ਲੀਡਰਾਂ ਦੀ ਚਰਚਾ ਹੋ ਰਹੀ ਹੈ, ਜਿਨ੍ਹਾਂ ਦੀਆਂ ਕਨਸੋਆਂ ਨੇ, ਉਹਨਾਂ ਨੂੰ ਰਹਿਣਾ ਆਉਂਦਾ। ਸੋ ਇਸ ਕਰਕੇ ਇਹ ਅੰਦਰਲੇ ਭਰਮ ਹੋ ਸਕਦੇ ਆ ਕਿ ਜੇ ਅਸੀਂ ਪਹਿਲੀ ਤਨਖਾਹ ਤੇ ਵੀ ਕੰਮ ਕਰਦੇ ਆ ਤੇ ਸਾਡੀ ਇੱਜ਼ਤ ਤਾਂ ਪੂਰੀ ਬਣੀ ਰਹੀ। ਪਿਛਲੇ ਲਗਭਗ 10 ਸਾਲ ਦੇ ਰਾਜ ਵਿੱਚ ਇਹਨਾਂ ਲੋਕਾਂ ਨੇ ਉੱਪਰਲੀਆਂ ਸੀਟਾਂ ਦੇ ਉੱਤੇ ਬਹਿ ਕੇ ਆਪਣੀ ਮਨਮਰਜ਼ੀ ਕੀਤੀ ਆ, ਪਾਵਰ ਪੂਰੀ ਸੀ, ਅੱਗੇ ਦੋ ਗੱਡੀਆਂ ਪਿੱਛੇ ਸਦਾ ਚੱਲਦੀਆਂ ਰਹੀਆਂ ਨੇ। ਸੋ ਸਰਦਾਰ ਸਾਹਿਬ, ਇਹ ਡਰ ਵੀ ਹੋ ਸਕਦੇ ਜੇ ਚੋਂ ਬਿਆਨ ਆਇਆ, ਲੇਕਿਨ ਇਹਨੂੰ ਅਗਲੇ ਦਿਨਾਂ ਦੇ ਵਿੱਚ ਵਿਸਥਾਰ ਲੈਂਦੇ ਦੇਖਾਂਗੇ ਕਿ ਹੋਰ ਵੀ ਕਿਧਰੋਂ ਕੋਈ ਰਿਐਕਸ਼ਨ ਆਉਂਦਾ। ਦੇਖੋ, ਹੁਣ ਕਾਰਨ ਇਹ ਆ ਕਿ ਇਹਨੂੰ ਵੀ ਇਸ ਪੱਖੋਂ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਦਿਸਦਾ ਪਿਆ, ਔਰ ਵੇਖ ਵੀ ਲੈਣਾ ਚਾਹੀਦਾ ਕਿ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਲੋਕ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਰਹੇ, ਕਰਤਾ ਧਰਤਾ ਸਨ, ਸਰਵੋ ਸਰਵਾ ਸਨ। ਰਾਮ ਮੰਦਿਰ ਦੇ ਵਿੱਚ, ਰਾਮ ਮਸਜਿਦ ਢਾਉਣ ਦੇ ਵਿੱਚ, ਸਾਰਾ ਰਾਮ ਮੰਦਿਰ ਦੇ ਅੱਗੇ ਕਦਮ ਸਥਾਪਤੀ ਵਿੱਚ ਉਹਨਾਂ ਦੀ ਅਹਿਮ ਯੋਗਦਾਨ ਸੀ। ਲੇਕਿਨ ਜਦੋਂ ਮੌਕਾ ਆਇਆ ਤੇ ਅਗਲੇ ਨੇ ਕਿਹਾ ਕਿ ਨਹੀਂ, ਤੁਹਾਡੀ ਉਮਰ ਜ਼ਿਆਦਾ ਹੈ, ਤੁਸੀਂ ਘਰ ਬੈਠ ਕੇ ਸਾਰਾ ਕੁਝ ਵੇਖ ਲਓ। ਤੁਹਾਨੂੰ ਯਾਦ ਹੈ ਜਦੋਂ ਪਹਿਲੀ ਰੱਥ ਯਾਤਰਾ ਸ਼ੁਰੂ ਹੁੰਦੀ ਹੈ, ਜਿਹਨੂੰ ਰੱਥ ਯਾਤਰਾ ਯਾਦਵ ਰੋਕਦੇ ਆ, ਰੱਥ ਯਾਤਰਾ ਕਿਹਦਾ ਸੰਕਲਪ ਸੀਗਾ? ਅਡਵਾਨੀ ਸਾਹਿਬ ਦਾ। ਰੱਥ ਯਾਤਰਾ ਦੇ ਮਗਰ ਕੌਣ ਲੋਕ ਸੀ? ਸੋ
ਇਹ ਸਾਰਾ ਕੁਝ ਜਿਹੜਾ ਆ ਅੱਜ ਤੁਹਾਡੇ ਸਾਹਮਣੇ ਆ। ਕਿੰਨਾ ਕੁ ਜਿਹਨੂੰ ਕਹਿ ਲਓ ਨਾ ਕਿ ਸਿਆਸਤ 'ਚ ਕਈ ਵਾਰੀ ਮੰਨਦੇ, ਕਈ ਵਾਰੀ ਨਹੀਂ ਮੰਨਦੇ ਕਿ ਸਮਾਂ ਵੀ ਆ ਚੁੱਕੇ ਲੋਕ ਜੀ, ਸਮਾਂ ਵੀ ਆ ਚੁੱਕੇ ਲੋਕ, ਉਹਨਾਂ ਦੀ ਕਿੰਨੀ ਕੁ ਸੁਣਵਾਈ ਹੁੰਦੀ ਹੈ। ਜਿਹੜੀ ਨਵੀਂ ਪੀੜ੍ਹੀ ਆ ਗਈ ਉਹ ਕਹਿੰਦੀ ਕਿ ਸਾਡੇ ਤੋਂ ਬਿਹਤਰ ਕੋਈ ਹੈਗਾ, ਹੁਣ ਤੇਰੀਆਂ ਸਲਾਹਾਂ ਦੀ ਲੋੜ ਕੋਈ ਰਹਿਣ ਨਹੀਂ, ਤੇਰਾ ਵਕਤ ਬੀਤ ਗਿਆ। ਸੋ ਕਿਤੇ ਨਾ ਕਿਤੇ ਇਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਏਗਾ ਕਿ ਨਵੀਂ ਜਨਰੇਸ਼ਨ ਆ ਰਹੀ ਹੈ, ਕੱਲ ਨੂੰ ਸਾਨੂੰ ਕਹਿ ਦੇਣਗੇ ਵੀ ਨਹੀਂ ਜੀ ਅਸੀਂ ਇਹਦੇ ਨਾਲ ਨਹੀਂ ਚੱਲਣਾ, ਅਸੀਂ ਇਹਦੇ ਨਾਲ ਨਹੀਂ ਚੱਲਣਾ। ਲੇਕਿਨ ਉਹ ਨਾਲ ਹੀ ਕਿਤੇ ਨਾ ਕਿਤੇ ਵੱਡੇ ਬਾਦਲ ਸਾਹਿਬ ਨੂੰ ਜਿਤਾ ਰਿਹਾ ਕਿ ਦੇਖੋ ਜੀ ਅਸੀਂ ਤੇ ਤੁਹਾਡੇ ਨਾਲ ਦੇ ਹੀ ਆ, ਤੁਸੀਂ ਉੱਤੇ ਜੁਗਾੜ ਕਰ ਲਓ, ਬਸ ਅਸੀਂ ਤੁਹਾਡੇ ਨਾਲ ਦੇ ਹੀ ਆ ਤੇ ਤੁਸੀਂ ਆਪਣੇ ਨਾਲ ਦੇ ਨਾਲ ਜੁਗਾੜ ਬਣਾਈ ਰੱਖੋ। ਮੇਰਾ ਮਤਲਬ ਬੜਾ ਸਾਫ਼ ਹੈ ਕਿ ਕਹਿੰਦੇ ਸਿਆਸਤ ਦੇ ਵਿੱਚ ਦੌਰ ਬਦਲਦੇ ਆ, ਪਲਕ ਝਪਕਦੇ ਹੀ ਬੀਤ ਜਾਂਦੇ ਆ ਦੌਰ। ਬੜੇ ਬੜੇ ਲੋਕ ਜਿਨ੍ਹਾਂ ਨੂੰ ਆਪਣੀਆਂ ਅੱਖਾਂ ਦੇ ਮੂਹਰੇ ਜਿਨ੍ਹਾਂ ਰਾਜ ਭਾਗ ਹੰਡਾਏ ਹੁੰਦੇ, ਅੱਖਾਂ ਦੇ ਮੂਹਰੇ ਐ ਬਿਲਕੁਲ ਬੇਰੁਜ਼ਗਾਰ ਹੁੰਦੇ ਦੇਖਿਆ, ਔਰ ਫਿਰ ਉਹ ਦੌਰ ਬੜੇ ਖਤਰਨਾਕ ਹੋ ਜਾਂਦੇ ਆ। ਸ਼ਾਇਦ ਪੁਰਾਣੀ ਲੀਡਰਸ਼ਿਪ ਨੂੰ ਇਹ ਨਜ਼ਰ ਆਉਣ ਲੱਗ ਗਿਆ ਕਿ ਜੇਕਰ ਇਹ ਵਹਿਣ ਹੁਣ ਨਾ ਠੱਲੇ ਤੇ ਮੁੜ ਕੇ ਇਹਨਾਂ ਦੇ ਵਹਿਣ ਦੇ ਅੱਗੇ ਰੁੜਨ ਤੋਂ ਬਿਨਾਂ ਸਾਡੇ ਕੋਲ ਰਸਤਾ ਨਹੀਂ ਰਹੂਗਾ। ਸੋ ਇਹ ਸਰਦਾਰ ਸਾਹਿਬ ਅਗਲੇ ਦਿਨ ਐਸੇ ਨੇ ਸਿਆਸਤ ਦੇ, ਪੰਜਾਬ ਦੇ ਨਜ਼ਰੀਏ ਤੋਂ, ਜਿਹਦੇ ਵਿੱਚ ਨਵੇਂ ਸਮੀਕਰਨ ਦੇਖਣੇ ਬਣਦੇ ਹੋਣਗੇ। 22 ਤੋਂ ਪਹਿਲਾਂ ਹਰ ਰੋਜ਼ ਕੋਈ ਨਵੀਂ ਗੱਲ ਤੇ ਨਵੀਂ ਦਮ ਤੋੜ ਜਾਊ। ਹਰ ਜਿਹੜੀ ਨਵੀਂ ਸਵੇਰ ਆ ਉਹ ਨਵੀਂ ਖਬਰ ਲੈ ਕੇ ਆਏਗੀ, ਨਵਾਂ ਖਿਆਲ ਲੈ ਕੇ ਆਏਗੀ, ਔਰ ਜਿਹਨੂੰ ਕਹਿੰਦੇ ਕਿ ਨਵਾਂ ਲੋਲੀਪੌਪ ਲੈ ਕੇ ਆਏਗੀ ਪੰਜਾਬ ਦੇ ਲੋਕਾਂ ਲਈ ਕਿ ਸਾਡੀ ਜਿਹੜੀ ਆਹ ਪ੍ਰੋਡਕਸ਼ਨ ਹੈ ਬਹੁਤ ਬਿਹਤਰ ਹੈ, ਇਹਦੇ ਨਾਲ ਰਹੋਗੇ ਤੇ ਤੁਸੀਂ ਸਟੇਟ ਯਾਦ ਰਹੋਗੇ। ਬਹੁਤ ਮਿਹਰਬਾਨੀ। ਪ੍ਰੈਕਟੀਕਲੀ ਕੁਝ ਹੁੰਦਾ ਨਜ਼ਰ ਤਾਂ ਨਹੀਂ ਆਉਂਦਾ, ਲੇਕਿਨ ਤੁਹਾਡੀ ਗੱਲ ਠੀਕ ਹੈ ਕਿ ਲੋਲੀਪੌਪ ਤੁਹਾਡੇ ਮੂੰਹਾਂ ਵੱਲ ਵੱਧਦੇ ਨਜ਼ਰ ਆਉਣਗੇ। ਬਿਲਕੁਲ, ਮਿਹਰਬਾਨੀ।